ਤੇ ਆਵਾਜ਼ ਹੀ ਸਿਰਫ ਜਿਹੜੀ ਬੱਸਾਂ ਦੀ ਤੇ ਆਉਂਦੀ ਨਹੀਂ, ਸਿਰਫ ਗੋਲੀਆਂ ਦੀ ਤੇ ਬੰਬਾਂ ਦੀ ਆਉਂਦੀ। ਨਹੀਂ ਜੀ ਇਹੀ ਤੇ ਉਦੋਂ ਵੀ ਆਨੇ ਵੀ ਸੰਤ ਸ਼ਹੀਦ ਨਹੀਂ ਹੋਏ ਜੀ। ਇਹ ਸੰਤ ਚੜ੍ਹਦੀ ਕਲਾ ਚ ਆ, ਅਜੇ ਵੀ ਹੈਗੇ ਆ। ਮੈਂ ਆਪ ਨਾ ਹੈਗੇ ਆ, ਜਿੱਥੇ ਵੀ ਹੋਣਗੇ ਹੈਗੇ ਆ। ਪ੍ਰਭਾਵ ਤੇ ਇੰਨਾ ਸੀ ਜਦੋਂ ਉਹਨਾਂ ਦੀ ਸਪੀਚ ਸੁਣੀ ਦਾ ਜੀ, ਤੇ ਸਾਡੀ ਉਮਰ ਉਦੋਂ 20-22 ਸਾਲ ਸੀ ਹਾਂਜੀ, ਤੇ ਉਹਨਾਂ ਦੀ ਸਪੀਚ ਸੁਣਨਾ ਸਾਡੇ ਲੂਣ ਕੰਢੇ ਹੋ ਜਾਂਦੇ। ਨਹੀਂ ਸ਼ਹੀਦ ਹੋ ਜਾਣਾ ਚਾਹੀਦਾ ਸੀਗਾ, ਹੁਣ ਬਚ ਕੇ ਆਹ ਕੀ ਕਰਨਾ, ਸਗੋਂ ਉਦੋਂ ਦੇ ਸ਼ਹੀਦ ਹੋ ਜਾਂਦੇ। ਸ਼ਹੀਦਾਂ 'ਚ ਨਾ ਹੋ ਜਾਂਦਾ। ਅਸੀਂ ਤਾਂ ਹੁਣ ਵੀ ਮੇਰਾ ਤਾਂ ਖਿਆਲ ਇਹ ਆ ਕਿ ਸ਼ਹੀਦ ਹੋ ਜਾਈਏ ਤਾਂ ਚੰਗਾ। ਕਿਤੇ ਵੀ ਅਟੈਕ ਹੋਵੇ, ਕਿਤੇ ਵੀ ਹੋਵੇ ਸੰਤਾਂ ਦਾ, ਤੇ ਮੈਂ ਤਾਂ ਕਹਿੰਦਾ ਵੀ ਮੈਂ ਘੜੀ ਵੀ ਨਾ ਲਾਵਾਂ, ਸ਼ਹੀਦ ਹੋ ਜਾ। ਮੇਰਾ ਇਹੋ ਜਿਹਾ ਮਨ ਆ ਅੱਜ ਵੀ। ਜਿਹੜੀ ਸਿੱਖ ਕੌਮ ਨੂੰ ਨਾ ਇੱਕ ਸਾਜ਼ਿਸ਼ ਸੀ ਖਤਮ ਕਰਨ ਦੀ, ਤੇ ਸੰਤਾਂ ਨੇ ਆਖਿਆ ਇੱਕ ਝੰਡੇ ਥੱਲੇ ਹੋ ਜਾਓ ਜੀ, ਤੇ ਜਿਸ ਤਰ੍ਹਾਂ ਮੱਖਣ 'ਚੋਂ ਵਾਲ ਕੱਢਦਾ ਇਸ ਤਰ੍ਹਾਂ ਕੱਢ ਦਿਆਂਗੇ। ਇੱਕ ਝੰਡੇ ਥੱਲੇ ਹੋਏ ਨਹੀਂ, ਜੀ। ਤੇ ਫਿਰ ਸੰਤਾਂ ਨੇ ਆਖਿਆ ਛੇਤਰ ਖਾਓ। ਹੁਣ ਅਸੀਂ ਛੇਤਰ ਖਾਣ ਡਏ। ਮੇਤੇ ਪਿੰਡ ਵਿੱਚ ਬਜ਼ੁਰਗ ਬਾਬਾ ਬਚਨ ਸਿੰਘ ਜੀ ਨੂੰ ਅੱਜ ਮਿਲੇ ਆ, ਔਰ ਜੂਨ ਦਾ ਮਹੀਨਾ ਚੱਲ ਰਿਹਾ ਹੈ। ਜੂਨ ਦੇ ਮਹੀਨੇ ਦੇ ਵਿੱਚ 1984 ਦੀਆਂ ਜਿਹੜੀਆਂ ਗੱਲਾਂ ਸੀਗੀਆਂ, ਜਦੋਂ ਬਾਬਾ ਬਚਨ ਸਿੰਘ ਜੀ ਨੇ ਜਿਹੜਾ ਆਪਣੇ ਪਿੰਡੇ ਤੇ ਹੰਡਾਇਆ, ਉਸ ਸਮੇਂ ਜਦੋਂ ਫੌਜ ਨੇ ਪੂਰੀ ਦੇ ਪੂਰੇ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਨੂੰ ਪੂਰਾ ਘੇਰਾਬੰਦੀ ਕਰ ਲਈ, ਔਰ ਜਿਹੜੇ ਪਿੰਡ ਦੇ ਲੋਕ ਨੇ ਉਹ ਵੀ ਸਹਿਮ ਦੇ ਮਾਹੌਲ ਦੇ ਵਿੱਚ ਸੀਗੇ, ਕਿਉਂਕਿ ਉਹਨਾਂ ਨੂੰ ਅੰਦਰ ਬਾਹਰ ਆਉਣ ਦੀ ਇਜਾਜ਼ਤ ਨਹੀਂ ਸੀਗੀ। ਸੋ ਉਦੋਂ ਦਾ ਦੌਰ ਕੀ ਸੀਗਾ, ਕਿਉਂਕਿ 38 ਗੁਰਦੁਆਰਾ ਸਾਹਿਬ ਨੂੰ ਉਦੋਂ ਘੇਰਾਬੰਦੀ ਕੀਤੀ ਗਈ ਸੀਗੀ। ਬਾਬਾ ਬਚਨ ਸਿੰਘ ਜੀ ਤੇ ਉਹਨਾਂ ਦੇ ਬੇਟੇ ਬਾਬਾ ਗੁਲਜ਼ਾਰ ਸਿੰਘ ਜੀ ਇੱਥੇ ਮੌਜੂਦ ਨੇ। ਇਹਨਾਂ ਦੋਨਾਂ ਨੇ, ਪਿਓ ਪੁੱਤਾਂ ਨੇ ਉਸ ਮਾਹੌਲ ਨੂੰ ਪੂਰਾ ਵਾਚਿਆ ਹੈਗਾ। ਗੁਲਜ਼ਾਰ ਸਿੰਘ ਜੀ ਦੀ ਉਮਰ 22 ਸਾਲ ਸੀਗੀ, ਔਰ ਬਾਬਾ ਜੀ ਨੇ 1947 ਵੀ ਆਪਣੀ ਅੱਖੀਂ ਦੇਖੀ ਹੋਈ ਤੇ 84 ਵੀ ਆਪਣੀ ਅੱਖੀਂ ਦੇਖੀ ਹੋਈ ਆ। ਔਰ ਬਾਬਾ ਬਚਨ ਸਿੰਘ ਜੀ ਉਸ ਸਮੇਂ ਦੇ ਦੌਰਾਨ 51 ਸਿੰਘਾਂ ਦੇ ਵਿੱਚ ਜਿਹੜਾ ਪਹਿਲਾ ਜਥਾ ਬਾਬਾ ਅਮਰੀਕ ਸਿੰਘ ਜੀ ਹੁਣਾਂ ਨੂੰ ਬਚਾਉਣ ਦੇ ਲਈ, ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਗਿਆ ਸੀਗਾ ਆਪਣੀ ਗ੍ਰਿਫਤਾਰੀ ਦੇਣ ਲਈ, ਉਸ ਜਥੇ ਵਿੱਚ ਵੀ ਮੌਜੂਦ ਸਨ। ਔਰ ਇਸ ਦੇ ਨਾਲ ਨਾਲ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਜਦੋਂ ਘੇਰਾਬੰਦੀ ਹੋਈ 30 ਜੂਨ ਤੋਂ ਲੈ ਕੇ ਜਿਹੜੀ ਘੇਰਾਬੰਦੀ ਹੁੰਦੀ ਆ, ਉਸ ਵਿੱਚ ਵੀ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਸਨ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਬਾਬਾ ਜੀ ਘੇਰਾਬੰਦੀ ਹੋਈ ਆ ਮੇਤੇ ਪਿੰਡ ਦੇ ਵਿੱਚ ਗੁਰਦੁਆਰੇ ਦੇ ਆਲੇ ਦੁਆਲੇ, ਜਦੋਂ ਜੂਨ ਦਾ ਮਹੀਨਾ ਚੜ੍ਹਨ ਤੋਂ ਪਹਿਲਾਂ ਹੀ, ਉਦੋਂ ਤੁਸੀਂ ਗੁਰਦੁਆਰੇ 'ਚ ਮੌਜੂਦ ਸੀਗੇ। ਕਿੰਨੇ ਸਿੰਘ ਸੀਗੇ ਉਦੋਂ? ਅਸੀਂ ਦੋਵੇਂ ਸਿੰਘ ਹਾਂ ਬਾਹਰ ਡੇਰੀ 'ਚ, ਤੇ ਬਾਕੀ ਜਿਹੜੇ 600-700 ਸੀ ਨਾ ਜੀ, ਉਹ ਬਾਣੀ ਪੜ੍ਹਦੇ ਅੰਦਰ ਜੀ। ਹੋਰ ਕੋਈ ਨਹੀਂ ਸੀਗਾ। ਹੋਰ ਨਹੀਂ ਕੋਈ। ਤੇ ਟੈਂਕ ਲੈ ਕੇ ਇੱਥੇ ਪਹੁੰਚੀ ਸੀਗੀ ਫੌਜ, ਦੇਖਿਆ ਤੁਸੀਂ ਟੈਂਕ? ਆਹੋ ਟੈਂਕ ਨਾਲ ਗੁਰਦੁਆਰੇ ਦੇ ਲਾਏ ਹੀ ਜਾਂਦੇ, ਅੰਦਰ ਵੜੇ ਆ, ਅੰਦਰ ਉਹਨਾਂ ਟੈਂਕ ਲਾਏ ਆ। ਅੱਛਾ ਜੀ। ਬਾਬਿਆਂ ਨੂੰ ਜਾ ਕੇ ਪੁੱਛਿਆ ਤੇ ਵੀ ਸਾਨੂੰ ਇਸ ਤਰ੍ਹਾਂ ਟੈਕ ਹੋਣ ਡਿਆ ਤਲਾਸ਼ੀ ਦੇ, ਤੇ ਬਾਬਿਆਂ ਨੇ ਆਖਿਆ ਵੀ ਤਲਾਸ਼ੀ ਮੰਗਦੇ ਆ। ਬਾਬਿਆਂ ਨੇ ਆਖਿਆ ਤਲਾਸ਼ੀ ਦੇ ਦਿਓ। ਕਿਹੜੇ ਬਾਬਾ ਜੀ? ਬਾਬੇ ਠਾਕਰ ਸੋਨੀ। ਅੱਛਾ ਤੇ ਉਹਨੇ ਆਖਿਆ ਬਣਾ ਨਾ ਕੋਈ ਕਿਸੇ ਸਿੰਘ ਦਾ ਹੋਏ, ਅੱਛਾ ਤੇ ਤਲਾਸ਼ੀ ਦੇ ਦਿਓ ਤੁਸੀਂ। ਅੱਛਾ ਜੀ। ਉਹਨਾਂ ਤਲਾਸ਼ੀ ਦਿੱਤੀ ਆ, ਜੀ, ਤੇ ਥੋੜੇ ਜਿਹੇ ਕੁਛ ਨਹੀਂ ਨਿਕਲਿਆ, 1-2 ਹਥਿਆਰ ਮਾੜੇ ਜਿਹੇ ਨਿਕਲੇ ਆ, ਉਹ ਲੈ ਗਏ ਆ। ਕੋਈ ਗੱਲ ਨਹੀਂ, ਬਾਤ ਨਹੀਂ। ਇਹੋ ਗੱਲ। ਤੇ ਪਿੰਡ ਦੇ ਲੋਕਾਂ ਨੂੰ ਵੀ ਕੋਈ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕੀਤੀ? ਕਿੰਨੇ ਦਿਨ ਇੱਥੇ ਕਰਫਿਊ ਲੱਗਿਆ ਰਿਹਾ? ਫੌਜ ਕਿੰਨੇ ਦਿਨ ਰਹੀ ਹੈ ਇੱਥੇ? ਮੇਰੇ ਖਿਆਲ 2-3 ਦਿਨ ਰਹੀ ਆ, 3-4 ਦਿਨ ਹੀ ਰਹੀ। 6 ਦਿਨ ਇਦਾਂ ਹੀ ਵੀ ਜਿਹੜੇ ਬਾਹਰ ਦੇ ਸੀ ਨਾ, ਹਾਂਜੀ, ਉਹ ਬਾਹਰ ਦੇ ਰਹੇ ਆ, ਤੇ ਜਿਹੜੇ ਅੰਦਰ ਦੇ ਉਹ ਅੰਦਰ ਦੇ ਰਹੇ ਸੀ। ਜੀ, ਬਹੁਤ ਤੰਗ ਜਾਣਿਆ ਹੋਏ ਅੰਦਰ ਚਲੇ ਗਏ, ਜੀ, ਉਹ ਅੰਦਰ ਹੀ ਰਹੇ। ਜੀ, ਤੇ ਜਿਹੜੇ ਬਾਹਰ ਸੀ ਉਹ ਬਾਹਰ ਰਹੇ, ਜਿਹੜੇ ਪਿੰਡ ਵਾਲੇ ਪਿੰਡ ਰਹੇ। ਜੀ। ਇਦਾਂ ਵੀ ਕਈ ਬੰਦੇ ਤੇ ਇਹੋ ਜਿਹੇ ਵੀ ਉਹਨਾਂ ਦੇ ਪੱਠੇ ਪਾਉਣ ਨੂੰ ਵੀ ਡੰਗਰ, ਜਿਹੜੇ ਪੱਠੇ ਵੀ ਨਹੀਂ ਅੰਦਰ ਬਾਹਰ ਖੜ ਸਕਦੇ। ਜਾਨੀ ਕਿ 38 ਗੁਰਦੁਆਰਿਆਂ ਦੇ ਵਿੱਚ ਮੇਤੇ ਵਾਲਾ ਗੁਰਦੁਆਰਾ ਵੀ ਸ਼ਾਮਿਲ ਸੀ। ਬਿਲਕੁਲ ਸ਼ਾਮਿਲ ਸੀ। ਔਰ ਇਹ ਹੈੱਡਕੁਆਟਰ ਸੀ ਨਾ, ਟਕਸਾਲ ਦਾ ਹੈੱਡਕੁਆਟਰ ਹੋਣ ਕਰਕੇ ਇੱਥੇ ਟੈਂਕ ਵੀ ਲਿਆਂਦੇ, ਸਭ ਕੁਝ ਲਿਆਂਦਾ ਵੀ ਇੱਥੇ ਪਤਾ ਨਹੀਂ ਕਿੰਨਾ ਕੁ ਅਸਲਾ ਹੋਣਾ। ਜੀ, ਜਦੋਂ ਦਰਬਾਰ ਸਾਹਿਬ ਦੇ ਇੰਨਾ ਹੋਇਆ ਜੀ ਨੁਕਸਾਨ, ਜੀ, ਤੇ ਇੱਥੇ ਪਤਾ ਨਹੀਂ ਕਿੰਨਾ ਕੁ ਅਸਲਾ ਇਹਨਾਂ ਕੋਲ ਹੋਣਾ। ਇਸ ਕਰਕੇ ਆਂਦੇ ਇੱਥੇ ਫੈਕਟਰੀ ਲੱਗੀ ਆ, ਇਹਦੇ ਫੈਕਟਰੀ ਗਈ ਤੇ ਬਾਣੀ ਪੜ੍ਹਨ ਦੇ ਸਿੰਘ ਜੀ, 300-400 ਸਿੰਘ ਹੀ, ਜਦੋਂ ਤਲਾਸ਼ੀ ਲੈਣ ਦੇ ਬਾਣੀ ਪੜ੍ਹਨ ਦੇ ਆ। ਕੋਈ ਨਹੀਂ, ਗੱਲ ਨਹੀਂ, ਕੋਈ ਬਾਤ ਨਹੀਂ। ਬਾਦਾਂ ਫਿਰ ਤੁਸੀਂ ਉਹਨਾਂ ਸਿੰਘਾਂ 'ਚ ਮੌਜੂਦ ਸੀਗੇ ਜਿਹੜੇ ਇੱਥੇ ਜਦੋਂ ਘੇਰਾਬੰਦੀ ਹੋਈ, ਤੇ 51 ਸਿੰਘਾਂ ਵਿੱਚ ਵੀ ਮੌਜੂਦ ਸੀਗੇ। ਉਦੋਂ ਕੀ ਸਾਰਾ ਚੱਕਰ ਵੀ ਹੋਇਆ ਸੀਗਾ ਜਦੋਂ ਤੁਸੀਂ ਗ੍ਰਿਫਤਾਰੀ ਦੇਣ ਗਏ? ਕੋਈ ਚੱਕਰ ਨਹੀਂ, ਇੱਥੋਂ ਅਸੀਂ ਗਏ ਆ, ਸਾਨੂੰ ਮਰੀਜ਼ ਸੋਹਣਾ ਨੂੰ ਗਏ ਆ ਜੀ। ਬਾਬਿਆਂ ਨੇ ਇਹ ਐਲਾਨ ਕੀਤਾ ਵੀ ਜੋ ਸਿੰਘ ਹੋਏ ਆ ਜਾਓ। ਜੀ। ਅਸੀਂ ਇੱਥੋਂ ਗਏ ਆ, ਤੇ
ਅਸੀਂ ਗਏ ਆਪਣੇ ਉਹ ਥਾਣੇ ਗਏ ਆ ਤੇ ਥਾਣੇ ਸਾਹਿਬ ਗਏ ਉੱਥੋਂ ਮੁੜ ਕੇ ਸ਼ੁਰੂ ਕੀਤਾ ਨਾ ਨਹੀਂ ਪਹਿਲਾਂ ਥਾਣੇ ਗਏ ਆ ਇਹਨਾਂ ਗਰੀਬਦਾਰ ਦੀ ਦਿੱਤੀ ਆ 18 ਉਹਦੀ ਤੋਂ ਉੱਤੇ ਗਏ ਆ। ਬਾਬਿਆਂ ਨੇ ਆਖਿਆ ਵੀ ਨਹੀਂ ਕਾਲ ਤਖਤ ਆ ਜਾਓ ਜੀ। ਫਿਰ ਅਸੀਂ ਸਾਰੇ ਤਾਂ ਕਾਲ ਤਖਤ ਚਲੇ ਗਏ ਆ। 51 ਸਿੰਘ ਪਹਿਲਾ ਜਥਾ। ਹਾਂ ਠੀਕ ਹੈ ਫਿਰ ਜੋ ਗਏ ਆ ਤੇ ਫਿਰ ਸੰਤਾਂ ਨੇ ਆਖਿਆ ਵੀ ਕੋ ਕਮਜ਼ੋਰ ਸਿੰਘ ਜਿਹੜਾ ਉਹ ਨਾਂ ਨਾ ਲਿਖਾਇਓ, ਜੀ। ਚੜ੍ਹਦੀ ਕਲਾ ਵਾਲਾ ਲਿਖਾਇਓ। ਅਸੀਂ ਫਿਰ ਜਿੰਨੇ ਸਿੰਘ ਸੀ ਚੜ੍ਹਦੀ ਕਲਾ ਦੇ ਲਿਖਾਏ। ਬਾਕੀ ਜਿਹੜੇ ਸਿੰਘ ਸਾਡੇ ਕੋਲ ਆ ਗਏ ਜਿਹੜੇ ਵੱਧ ਸੀ ਜਿਨ੍ਹਾਂ ਨਹੀਂ ਲਿਖਾਇਆ। ਔਰ ਉੱਥੋਂ ਤੁਸੀਂ ਬਚ ਕੇ ਆ ਗਏ। ਅੱਜ ਕੀ ਲੱਗਦਾ ਆ ਵੀ ਕਿ ਉਹ ਉਸ ਮਾਹੌਲ ਦੇ ਵਿੱਚ ਬਚੇ ਚੰਗਾ ਹੋਇਆ ਜਾਂ ਸ਼ਹੀਦ ਹੋ ਜਾਣਾ ਚਾਹੀਦਾ ਸੀਗਾ? ਨਹੀਂ ਸ਼ਹੀਦ ਹੋ ਜਾਣਾ ਚਾਹੀਦਾ ਸੀਗਾ। ਹੁਣ ਬਚ ਕੇ ਆਹ ਕੀ ਕਰਨਾ, ਸਗੋਂ ਉਦੋਂ ਦੇ ਸ਼ਹੀਦ ਹੋ ਜਾਂਦੇ। ਸ਼ਹੀਦਾਂ 'ਚ ਨਾ ਹੋ ਜਾਂਦਾ। ਅਸੀਂ ਤਾਂ ਹੁਣ ਵੀ ਮੇਰਾ ਤਾਂ ਖਿਆਲ ਇਹ ਆ ਵੀ ਸ਼ਹੀਦ ਹੋ ਜਾਈਏ ਤਾਂ ਚੰਗਾ। ਕਿਤੇ ਵੀ ਅਟੈਕ ਹੋਵੇ, ਕਿਤੇ ਵੀ ਹੋਵੇ ਸੰਤਾਂ ਦਾ, ਤੇ ਮੈਂ ਤਾਂ ਕਹਿੰਦਾ ਵੀ ਮੈਂ ਘੜੀ ਵੀ ਨਾ ਲਾਵਾਂ, ਸ਼ਹੀਦ ਹੋ ਜਾ। ਮੇਰਾ ਇਹੋ ਜਿਹਾ ਮਨ ਆ ਅੱਜ ਵੀ। ਜੇ ਅਸੀਂ ਗੱਲ ਕਰਦੇ ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਬਾਅਦ ਸਿੱਖਾਂ ਦੇ ਹਾਲਾਤ ਕੀ ਨੇ, ਸਿੱਖਾਂ ਦਾ ਜਜ਼ਬਾ ਕੀ ਹੈਗਾ ਆ, ਉਹ ਉਸ ਤੋਂ ਬਾਅਦ ਜਦੋਂ 2 ਘੱਲੂਘਾਰੇ ਹੁੰਦੇ ਨੇ ਉਹ ਵੀ ਸਿੱਖਾਂ ਨੇ ਹੰਢਾਏ ਨੇ। ਤੀਜਾ ਘੱਲੂਘਾਰਾ 84 ਆ ਉਸ ਨੂੰ ਵੀ ਹੰਢਾਇਆ। ਔਰ ਅੱਜ ਵੀ ਜਜ਼ਬਾ ਜਿਹੜਾ ਹੈ ਉਹੀ ਕਾਇਮ ਹੈ ਵੀ ਅੱਜ ਵੀ ਸ਼ਹੀਦੀ ਪਾਉਣ ਨੂੰ ਦਿਲ ਕਰਦਾ ਆ, ਮਨ ਕਾਲਾ ਆ। ਇਹ ਬਜ਼ੁਰਗਾਂ ਦੇ ਬਚਨ ਨੇ। ਹਾਂਜੀ। ਅੱਛਾ ਬਾਬਾ ਜੀ, ਜੇ ਅਸੀਂ ਗੱਲ ਕਰਦੇ ਹਾਂ ਜਦੋਂ ਘੇਰਾ ਪਾ ਲਿਆ ਤੁਹਾਨੂੰ ਉੱਥੇ, ਉਦੋਂ ਤੁਹਾਨੂੰ ਦਰਬਾਰ ਸਾਹਿਬ ਬਾਰੇ ਜਾਣਕਾਰੀ ਮਿਲਦੀ ਸੀ ਵੀ ਦਰਬਾਰ ਸਾਹਿਬ ਦੇ ਅੰਦਰ ਕੀ ਹੋ ਰਿਹਾ ਹੈ, ਕਿੰਨੀ ਤਰੀਕ ਨੂੰ ਸੰਤ ਸ਼ਹੀਦ ਹੋਏ, ਇਹਦੇ ਬਾਰੇ ਪਤਾ ਲੱਗ ਗਿਆ ਸੀਗਾ? ਨਹੀਂ ਗੋਲਿਆਂ ਦੇ ਖੜਾਕ ਸੁਣਦੇ ਰਹਿੰਦੇ, ਇੱਥੇ ਫਾਇਰਿੰਗ ਦੀ ਖੋਆ ਮੈਤੇ ਦੇ ਵਿੱਚ ਖੜਾਕ ਸੁਣਦਾ ਮੈਤੇ ਦੇ ਸੀਗਾ। ਵਿੱਚ ਵੀ ਖੜਾਕ ਸੁਣਦਾ ਸੀ ਕਿਉਂਕਿ ਸ਼ਾਂਤਮਈ ਸਾਰਾ ਮਾਹੌਲ ਹੀ, ਕਰਫਿਊ ਲੱਗੇ ਸੀ ਜੀ ਤੇ ਆਵਾਜ਼ ਹੀ ਸਿਰਫ ਜਿਹੜੀ ਬੱਸਾਂ ਦੀ ਤੇ ਨੇ ਆਉਂਦੀ ਨਹੀਂ, ਜੀ ਸਿਰਫ ਗੋਲੀਆਂ ਦੀ ਤੇ ਬੰਬਾਂ ਦੀ ਆਉਂਦੀ। ਜੀ। ਇਸ ਕਰਕੇ ਆਵਾਜ਼ ਜਿਹੜੀ ਇੱਥੇ ਸੁਣਾਈ ਦਿੰਦੀ। ਤੁਸੀਂ ਦੱਸਿਆ ਕਿ ਤੁਸੀਂ 29 ਮਈ ਨੂੰ ਦਰਬਾਰ ਸਾਹਿਬ ਜਾਂਦੇ ਹੋ, ਉਦੋਂ ਕੀ ਹਾਲਾਤ ਸੀਗੇ ਦਰਬਾਰ ਸਾਹਿਬ ਦੇ? ਦਰਬਾਰ ਸਾਹਿਬ ਦੇ ਸੰਗਤ ਬਹੁਤ ਜ਼ਿਆਦਾ ਸੀ ਜੀ ਤੇ ਸੰਤ ਜਰਨੈਲ ਸਿੰਘ ਹੁਣੇ ਨੇ ਉੱਪਰ ਲੰਗਰ ਹਾਲ ਤੇ ਜੀ ਦੀਵਾਨ ਸਜਾਏ ਹੁੰਦੇ ਸੀ ਜੀ ਤੇ ਸੰਗਤ ਬੇਸ਼ੁਮਾਰ ਸੀ। ਬੇਸ਼ੁਮਾਰ ਇਸ ਤਰ੍ਹਾਂ ਹੀ ਵੀ ਹਰ ਬੰਦਾ ਜਿਹੜਾ ਸੀ ਆਪਣਾ ਜਿਹੜਾ ਪੱਖ ਰੱਖਣ ਵਾਸਤੇ ਆਉਂਦਾ ਸੀ ਵੀ ਅਸੀਂ ਇਸ ਤਰ੍ਹਾਂ ਤੰਗ ਵਾਂ। ਕੋਈ ਲੜਕੀਆਂ ਦੇਖੋ ਤੰਗ ਸੀ ਰਿਸ਼ਤੇਦਾਰਾਂ ਤੋਂ। ਜੀ। ਹਾਂਜੀ। ਉਹ ਫੈਸਲਾ ਜਿਹੜਾ ਸੀ ਉਹ ਸਿਰਫ 2 ਮਿੰਟਾਂ 'ਚ ਜਾਂ 2 ਘੰਟਿਆਂ ਦੇ ਵਿੱਚ ਜਿਹੜਾ ਸੀ ਹੋ ਜਾਂਦਾ ਸੀ। ਜੀ। ਹਾਂਜੀ। ਉਹਨੂੰ ਟਾਈਮ ਦਿੰਦੇ ਵੀ ਕੱਲ ਨੂੰ ਆਇਓ ਤੁਸੀਂ ਪਾਰਟੀ ਨੂੰ ਜਿਹੜਾ ਸੁਣਾ ਭੇਜ ਦਿਓ। 20 ਸਾਲ ਦਾ ਜਿਹੜਾ ਲਮਕਣ ਵਾਲਾ ਕੇਸ ਸੀਗਾ 2 ਘੰਟਿਆਂ 'ਚ ਹੱਲ। 2 ਘੰਟਿਆਂ ਦੇ ਵਿੱਚ ਹੱਲ ਹੋ ਜਾਂਦਾ ਸੀ। ਜੀ। 2 ਧਿਰਾਂ ਨੂੰ ਮਿਲਾ ਕੇ ਤੇ ਉਸੇ ਵੇਲੇ ਹੱਲ ਕਰ ਦਿੰਦੇ ਸੀ ਸੰਤ। ਤੇ ਉਦੋਂ ਸੰਤਾਂ ਨੇ ਜਿਹੜਾ 29 ਨੂੰ ਵੀ ਉਦੋਂ ਜਿਹੜਾ CRP ਨੇ ਮੋਰਚੇਬੰਦੀ ਕਰ ਦਿੱਤੀ ਆ ਤੇ ਉਹਨਾਂ ਨੇ ਸਪੀਚ ਕੀਤੀ ਆ ਵੀ ਆਪਣੀ ਇਹਨਾਂ ਨੇ ਮੋਰਚਾਬੰਦੀ ਕਰ ਲਈ ਆ, ਫਿਕਰ ਕਰਨ ਦੀ ਲੋੜ ਨਹੀਂ, ਇੱਥੇ ਅਸੀਂ ਆਪੇ ਸੰਭਾਲ ਲੈਣਾ। ਪਿੰਡਾਂ ਜਿਹੜਾ ਸਥਾਨ ਇਹਨਾਂ ਪਿੰਡਾਂ ਤੁਸੀਂ ਆਪਣੇ ਸੰਭਾਲਣੇ ਆ ਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਿੰਦਕ ਵਾ ਜੀ ਉਹਨਾਂ ਨੂੰ ਤੁਸੀਂ ਨਹੀਂ ਰਹਿਣ ਦੇਣਾ। ਇਹ ਸਪੀਚ ਅੱਜ ਵੀ ਸੰਤਾਂ ਦੀ ਆਉਂਦੀ ਆ, ਉਸ ਦਿਨ ਵੀ ਇਹਨਾਂ ਨੇ ਕੀਤੀ ਸੀ। ਜੀ। ਹਾਂਜੀ। ਤੇ ਬਾਕੀ ਸੰਤਾਂ ਦੀ ਬੜੀ ਚੜ੍ਹਦੀ ਕਲਾ ਸੀ। ਹਾਂਜੀ। ਤੇ ਮੈਂ ਤਾਂ ਵੇਖਿਆ ਕਿ ਉਹਨਾਂ ਦੀ ਕੋਈ ਗੱਲ ਦਾ ਜਵਾਬ ਨਹੀਂ ਤੇ ਉਹਨਾਂ ਕੋਲ ਜੇ ਕੋਈ ਪੁੱਛਣਾ ਹੁੰਦਾ ਸੀ ਤੇ ਹਾਜ਼ਰ ਜਵਾਬ ਸੀ। ਮੋਰਚਾਬੰਦੀ ਉਸ ਦਿਨ ਹੋ ਰਹੀ ਸੀ। ਮੋਰਚਾਬੰਦੀ ਉਦੋਂ ਹੋ ਰਹੀ ਸੀ। CRP ਲੱਗੀ ਹੋਈ ਸੀ। CRP ਲੱਗੀ ਹੋਈ ਸੀ। ਬਾਕੀ ਇਹ ਵੀ ਬਚਨ ਉਹਨਾਂ ਨੇ ਬੋਲੇ ਸੀ ਉਸ ਦਿਨ 29 ਤਰੀਕ ਨੂੰ ਹੀ ਜੀ। ਵੀ ਤੁਸੀਂ ਫਿਕਰ ਨਹੀਂ, ਇੱਥੇ ਤਾਂ ਦਰਬਾਰ ਸਾਹਿਬ ਦਾ ਫਿਕਰ ਨਹੀਂ ਕਰਨਾ। ਇੱਥੇ ਇਹਨਾਂ ਨੇ ਜੋੜੇ ਲੈ ਕੇ ਉੱਦਾਂ ਵਰਦੀਆਂ ਸਮੇਤ ਅਸੀਂ ਅੰਦਰ ਨਹੀਂ ਆਉਣ ਦੇਵਾਂਗੇ ਤੇ ਜੇ ਆਉਣਗੇ ਤੇ ਆਪਣੀਆਂ ਲਾਸ਼ਾਂ ਤੇ ਟੱਪ ਕੇ ਲਾਸ਼ਾਂ ਦੇ ਉੱਪਰ ਦੀ ਅੰਦਰ ਆਉਣਗੇ। ਤੇ ਉਹੀ ਜਿਹੜਾ ਉਹੀ ਕੰਮ ਹੋਇਆ। ਹਾਂਜੀ। ਤੇ ਸੋਚਣ ਨੂੰ ਸਰਕਾਰ ਜਿਹੜਾ ਸੀ 3 ਵਾਰ ਸੋਚਣ ਨੂੰ ਇਹਨਾਂ ਨੂੰ ਪਿਆ ਵੀ ਅਸੀਂ ਇਹ ਕਿਸ ਤਰ੍ਹਾਂ ਮੋਰਚਾਬੰਦੀ ਜਿਹੜੀ ਕਰਤੇ ਲਈ ਆ ਤੇ ਇਹਨਾਂ ਨੂੰ ਖਤਮ ਕਿਸ ਤਰ੍ਹਾਂ ਕਰਨਾ। ਇਸ ਕਰਕੇ 6 ਦਿਨ ਉਹਨਾਂ ਨੂੰ ਇਹ ਕੰਮ ਨੂੰ ਲੱਗੇ। ਸਰਕਾਰ ਨੇ ਇਹ ਜਦੋਂ ਹਮਲਾ ਕੀਤਾ ਹੈ ਦਰਬਾਰ ਸਾਹਿਬ ਤੇ ਅਟੈਕ ਕੀਤਾ ਹੈ, ਕਿ ਇਹੀ ਹੱਲ ਬਚਿਆ ਸੀਗਾ? ਸੰਤਾਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਸਕਦਾ ਸੀ। ਕੀ ਲੱਗਦਾ ਹੈ, ਮਹਿਤੇ ਤੇ ਰਹਿਣ ਵਾਲੇ ਹੋ ਤੁਸੀਂ ਸੰਤਾਂ ਨੂੰ ਚੰਗੀ ਤਰ੍ਹਾਂ ਜਾਣਦੇ ਹੋ, ਕੋਈ ਕੇਸ ਨਹੀਂ ਸੰਤਾਂ ਦੇ ਉੱਪਰ, ਫਿਰ ਵੀ ਸਰਕਾਰ ਨੂੰ ਐਡਾ ਵੱਡਾ ਕਦਮ ਕਿਉਂ ਚੁੱਕਣਾ ਪਿਆ? ਇੰਨੇ ਸ਼ਰਧਾਲੂਆਂ ਨੂੰ ਮਾਰਿਆ ਗਿਆ, ਉਹਦੇ ਵਿੱਚ ਆਰਮੀ ਵੀ ਬਿਲਕੁਲ ਸ਼ਹੀਦ ਹੋਈ ਹੈ। ਇਹ ਵੇਖੋ ਜੀ, ਜਿਹੜੀ ਸਿੱਖ ਕੌਮ ਨੂੰ ਨਾ ਇੱਕ ਸਾਜ਼ਿਸ਼ ਸੀ ਖਤਮ ਕਰਨ ਦੀ। ਖਤਮ ਕਰਨ ਦੇ। ਹਾਂਜੀ। ਪਹਿਲਾਂ ਵੀ ਗ੍ਰਿਫਤਾਰੀ ਸੰਤਾਂ ਨੇ ਦਿੱਤੀ ਸੀ, ਸ਼ਾਂਤਮਈ ਗ੍ਰਿਫਤਾਰੀ ਦਿੱਤੀ ਸੀ ਸੰਤਾਂ ਨੇ। ਉਦੋਂ ਵੀ ਬੋਲਿਆ ਇੱਥੇ 3 ਲੱਖ ਤੋਂ ਵੱਧ ਮੇਰਾ ਖਿਆਲ ਸੰਗਤ ਹੋਣੀ ਹੈ ਜਿੱਦਣ ਗ੍ਰਿਫਤਾਰੀ ਦਿੱਤੀ ਆ। ਹਾਂਜੀ। ਉਦੋਂ ਵੀ ਜਿਹੜੇ ਸੀ ਇਹਨਾਂ ਨੇ ਸ਼ਰਾਰਤੀ ਅਨਸਰਾਂ ਨੇ ਜਿਹੜਾ ਸੀ ਉੱਥੇ ਮੰਡੀ ਦੇ ਵਿੱਚ ਗੋਲੀ ਚਲਾ ਕੇ CRP ਨੂੰ ਤੇ ਉਹ ਹਮਲਾ ਕਰਵਾਇਆ। ਫਿਰ 13 ਸਿੰਘ ਸ਼ਹੀਦ ਇੱਥੇ ਵੀ ਹੋਏ ਜਿਹੜੇ ਕਿ ਅਲੱਗ-ਅਲੱਗ ਵੱਖ-ਵੱਖ ਪਿੰਡਾਂ ਦੇ ਸਾਡੇ ਸ਼ਹੀਦ ਹੋਏ ਆ। 1-2 ਜਨਾਨੀਆਂ ਵੀ ਸ਼ਹੀਦ ਹੋਈਆਂ ਸੀ ਜੀ। ਗੋਲੀ ਲੱਗਣ ਕਾਰਨ। ਜੀ। ਹਾਂਜੀ।
ਤੇ ਸ਼ਾਂਤਮਈ ਇਹਨਾਂ ਨੇ ਉਦੋਂ ਵੀ ਜਿਹੜੀ ਸੀ ਗ੍ਰਿਫਤਾਰੀ ਦਿੱਤੀ। ਫਿਰ ਸਪੀਚ ਕਰਕੇ ਗਏ ਆ ਵੀ ਕੋਈ ਵੀ ਸਿੰਘ ਜਿਹੜਾ ਵਾ ਦੀਵਾਨ ਲੱਗਾ ਰਹੂਗਾ ਤੇ ਦੀਵਾਨ ਚੋਂ ਬਾਹਰ ਨਹੀਂ ਆਉਣਾ ਤੁਸੀਂ, ਹਾਂਜੀ, ਤੇ ਅਸੀਂ ਗ੍ਰਿਫਤਾਰੀ ਜਿਹੜੀ ਬਾਹਰ ਜਾ ਕੇ ਦੇਣੀ ਆ। ਫਿਰ ਇਹਨਾਂ ਨੇ ਅਕੈਡਮੀ ਲਾਗੇ ਜਾ ਕੇ ਅਸੀਂ ਉੱਥੋਂ ਜਿਹੜਾ ਅਸੀਂ ਗ੍ਰਿਫਤਾਰੀ ਦਿੱਤੀ। ਜੇ ਅਸੀਂ ਗੱਲ ਕਰਦੇ ਮਹਿਤੇ ਪਿੰਡ ਦੀ, ਸਰਕਾਰ ਕਹਿੰਦੀ ਹੈ ਕਿ ਬਹੁਤ ਸਾਰੇ ਲੋਕ ਵੀ ਪਰੇਸ਼ਾਨ ਸੀਗੇ। ਕੀ ਮਹਿਤਾ ਪਿੰਡ ਸੰਤਾਂ ਦੇ ਨਾਲ ਸੀਗਾ ਬਿਲਕੁਲ, ਕਿ ਜਾਂ ਫਿਰ ਮਹਿਤਾ ਪਿੰਡ ਸੰਤਾਂ ਦੇ ਖਿਲਾਫ ਸੀਗਾ? ਵੇਖੋ ਜੀ, ਮਹਿਤਾ ਪਿੰਡ ਦੀ ਤੇ ਗੱਲ ਛੱਡੋ, ਤੁਸੀਂ ਇਲਾਕਾ ਜਿਹੜਾ ਵਾ ਨਾ ਆਲ ਪੰਜਾਬ ਹੀ ਜਿਹੜਾ, ਜੀ ਤੇ ਉਹ ਸੰਤਾਂ ਦੇ ਨਾਲ ਜਾਣ ਦੇ ਨਾਲ ਜਾਣ ਸੀ। ਜੀ ਸੰਤ ਸਰਕਾਰ ਦੇ ਕਹਿੰਦੀ ਸੀ ਨਾ ਉਹ ਪਰੇਸ਼ਾਨ ਕਰਦੇ ਸੀ ਲੋਕਾਂ ਨੂੰ, ਹਿੰਦੂਆਂ ਨੂੰ ਜਾਂ ਦੁਕਾਨਾਂ ਵਾਲਿਆਂ ਨੂੰ। ਵੇਖੋ ਜੀ, ਹਿੰਦੂ ਜਿਹੜੇ ਆ ਨਾ, ਸਾਡੇ ਮਹਿਤੇ ਚੌਂਕ ਦੀ ਕਹਾਵਤ ਆ ਜੀ ਵੀ ਹਿੰਦੂ ਸਿੰਘ ਜਿਹੜੇ ਆ ਆਪਣੇ, ਉਹਨਾਂ ਨੂੰ ਉਹਨਾਂ ਨੇ ਪੰਚਾਇਤ ਦੇ ਵਿੱਚ ਦਾਖਲ ਕੀਤਾ, ਉੱਥੇ ਸੱਦ ਕੇ ਜੀ ਦਰਬਾਰ ਸਾਹਿਬ ਸੱਦ ਕੇ ਪੰਚਾਇਤਾਂ ਜਿਹੜੀਆਂ ਬਣਾਈਆਂ, ਉਹਨਾਂ ਨੇ ਇਲੈਕਸ਼ਨਾਂ ਨਹੀਂ ਬਣਾਈਆਂ, ਜੀ ਹਾਂਜੀ, ਪੰਚਾਇਤਾਂ ਦੇ ਵਿੱਚ ਉਹਨਾਂ ਨੇ ਦਾਖਲ ਕੀਤਾ ਉਹਨਾਂ ਨੂੰ, ਹਿੰਦੂਆਂ ਨੂੰ ਵੀ, ਜੀ ਬਿਨਾਂ ਵੋਟਾਂ ਤੋਂ, ਬਿਨਾਂ ਵੋਟਾਂ ਤੋਂ, ਜੀ। ਸਰਬਸੰਮਤੀ ਦੇ ਨਾਲ ਉਹਨਾਂ ਜਿਹੜੀ ਸਾਡੇ ਪਿੰਡ ਦੀ ਪੰਚਾਇਤਾਂ ਵੀ ਬਣਾਈਆਂ, ਇਲਾਕੇ ਦੀਆਂ ਪੰਚਾਇਤਾਂ ਵੀ ਬਣਾਈਆਂ, ਜੀ। ਸਰਬਸੰਮਤੀ ਦੇ ਨਾਲ ਜੀ। ਸਾਰਿਆਂ ਨੂੰ ਸੱਦ ਕੇ। ਜਿਹੜਾ ਬੰਦਾ ਉਹਨਾਂ ਦੇ ਖਿਲਾਫ ਹੀ, ਉਹਨਾਂ ਸੁਨਾਮ ਹੀ ਘੱਲਿਆ, ਤੇ ਤਾਂ ਵੀ ਉਹਨਾਂ ਨੂੰ ਜਿਹੜਾ ਅਸੀਂ ਵਿੱਚ ਮੈਂਬਰ ਲਿਆ ਵੀ ਇਹਨੇ ਆਉਣ ਵਾਲੇ ਸਮੇਂ ਦੇ ਵਿੱਚ ਚੇਅਰਮੈਨ ਬਣ ਜਾ, ਕਿਸੇ ਵੀ ਬਣਨਾ, ਹਾਂਜੀ। ਇਸ ਤਰ੍ਹਾਂ ਕਰਕੇ ਉਹਨਾਂ ਨੇ ਕੋਈ ਵਿਤਕਰਾ ਕਿਸੇ ਨਾਲ ਨਹੀਂ, ਕਿ ਹਿੰਦੂ ਨਾਲ ਵਿਤਕਰਾ ਨਹੀਂ, ਜੀ ਕਿ ਇੱਕ ਦੂਸਰੀ ਜਾਤ ਨਾਲ ਵਿਤਕਰਾ ਨਹੀਂ, ਸਾਰਿਆਂ ਨੂੰ ਇੱਕ ਸਮਝ ਗਏ ਤੇ ਸਾਰਿਆਂ ਨੂੰ ਬੁਲਾਉਣਾ ਵੀ ਸਾਰਿਆਂ ਨੂੰ ਫਲਾਣੇ ਬੰਦੇ ਨੂੰ ਨਾਲ ਲੈ ਕੇ ਆਇਓ ਜੀ। ਪਿੰਡ ਤੁਸੀਂ ਜਿਵੇਂ ਸੰਤਾਂ ਨੂੰ ਦੇਖਿਆ ਹੋਊ, ਨਾਲ ਰਹੇ ਨੇ ਬਾਬਾ ਬਚਨ ਸਿੰਘ ਜੀ, ਕੀ ਲੱਗਦਾ ਹੈ ਕਿ ਉਹ ਕਿਹੋ ਜਿਹੀ ਸ਼ਖਸੀਅਤ ਸੀਗੀ, ਕਿੰਨਾ ਪ੍ਰਭਾਵ ਲੋਕਾਂ ਦੇ ਉੱਪਰ ਉਹਨਾਂ ਦਾ ਸੀਗਾ ਕਿ ਇੰਨੇ ਹਾਜ਼ਰ ਜਵਾਬ ਸੀਗੇ ਉਹ? ਪ੍ਰਭਾਵ ਤੇ ਇੰਨਾ ਸੀ, ਜਦੋਂ ਉਹਨਾਂ ਦੀ ਸਪੀਚ ਸੁਣੀ ਦਾ ਜੀ, ਤੇ ਸਾਡੀ ਉਮਰ ਉਦੋਂ 20-22 ਸਾਲ ਸੀ, ਜੀ ਹਾਂਜੀ, ਤੇ ਉਹਨਾਂ ਦੀ ਸਪੀਚ ਸੁਣਨਾ ਸਾਡੇ ਲੂਣ ਕੰਢੇ ਹੋ ਜਾਂਦੇ, ਖੜੇ ਹੋ ਜਾਂਦੇ, ਹਾਂਜੀ। ਮੁੜ ਕੇ ਇਦਾਂ ਹੀ ਵੀ ਘਰ ਜਾਣ ਨੂੰ ਤੇ ਵਾਪਸੀ ਜਾਣ ਨੂੰ ਤਾਂ ਦਿਲ ਨਹੀਂ ਸੀ ਕਰਦਾ ਵੀ ਅਸੀਂ ਸੰਤਾਂ ਦੇ ਨਾਲ ਹੀ ਰਹੀਏ, ਤੇ ਕਈ ਮਜਬੂਰੀਆਂ ਸਾਡੇ ਵਰਗੀਆਂ ਦੀਆਂ ਹੁੰਦੀਆਂ ਕਿ ਸਾਨੂੰ ਆਪਣੇ ਘਰ ਆਉਣਾ ਜਿਹੜਾ ਉਹ ਬਣਦਾ ਯਾਨੀ ਨਹੀਂ। ਕਿ ਸੰਤ ਸਿਰਫ ਸਿੱਖਾਂ ਨੂੰ ਅੰਮ੍ਰਿਤ ਛਕਾ ਰਹੇ ਸਨ, ਉਹਨਾਂ ਨੂੰ ਗੁਰੂ ਨਾਲ ਜੋੜ ਰਹੇ ਸਨ, ਪ੍ਰਚਾਰ ਕਰ ਰਹੇ ਸਨ, ਤੇ ਉਹਦਾ ਹੀ ਸਜ਼ਾ ਐਡੀ ਵੱਡੀ ਸੀ ਕਿ ਅਟੈਕ ਕੀਤਾ ਗਿਆ ਦਰਬਾਰ ਸਾਹਿਬ ਦੇ ਉੱਪਰ। ਵੇਖੋ ਗੱਲ ਇਸ ਤਰ੍ਹਾਂ ਜੀ, ਵੀ ਜਿਹੜੀ ਸਰਕਾਰ ਉਦੋਂ ਦੀ ਮੌਜੂਦਾ ਸਰਕਾਰ ਸੀ, ਜੀ ਉਹ ਸਿੱਖ ਕੌਮ ਨੂੰ ਐਡੀ ਤਾਕਤਵਰ ਨਹੀਂ ਸਮਝਦੀ, ਸਮਝਣੀ ਸੀ ਵੀ ਇਹ ਤਾਕਤਵਰ, ਬਹੁਤ ਤਾਕਤਵਰ ਜੀ ਸਿੰਘ, ਤੇ ਇਹਨਾਂ ਨੂੰ ਨਿਵਾਉਣਾ ਚਾਹੁੰਦੀ ਸੀ, ਖਤਮ ਕਰਨਾ ਚਾਹੁੰਦੀ ਸੀ। ਇਹ ਤੁਸੀਂ ਸੰਤ ਕਹਾਵਤ ਵੀ ਦਿੱਲੀ ਦਰਬਾਰ ਦੇ, ਦਿੱਲੀ ਦੇ ਵਿੱਚ ਜਦੋਂ ਇਕੱਠ ਹੋਇਆ, ਸੰਤ ਕਰਤਾਰ ਸਿੰਘ ਹੁਣੀ ਉੱਥੇ ਇੱਕ ਟਾਈਮ ਗਏ ਆ, ਜੀ ਹਾਂਜੀ, ਤੇ ਇੰਦਰਾ ਗਾਂਧੀ ਵੀ ਉੱਥੇ ਆਈ ਸੀ, ਇੰਦਰਾ ਗਾਂਧੀ ਵੀ ਉਹ ਇਕੱਠ ਦੇ ਵਿੱਚ ਆਈ ਸੀ, ਤੇ ਜਿਹੜੇ ਆਮ ਲੋਕ ਸੀ ਉਹ ਉੱਠ ਕੇ ਉਹਨਾਂ ਸਵਾਗਤ ਕੀਤਾ ਮਹਾਰਾਜ ਦੀ ਹਜ਼ੂਰੀ ਦੇ ਵਿੱਚ। ਜੀ ਤੇ ਸੰਤ ਕਰਤਾਰ ਸਿੰਘ ਉਹਨਾਂ ਨੇ ਸਪੀਚ ਕੀਤੀ ਸੀ ਜੀ ਉਹਨਾਂ ਦੇ ਆਉਣ ਤੇ, ਜੀ ਵੀ ਸਭ ਤੋਂ ਵੱਡਾ ਸਾਡਾ ਨਾ ਗੁਰੂ ਗ੍ਰੰਥ ਸਾਹਿਬ ਆ, ਜੀ ਇਹਨਾਂ ਦਾ ਸਤਿਕਾਰ ਕਰਨਾ, ਨਾ ਕਿ ਆਮ ਆਉਣ ਵਾਲੇ ਵਿਅਕਤੀ ਦਾ ਸਤਿਕਾਰ ਕਰਨਾ, ਜੀ ਭਾਵੇਂ ਕਿ ਉਹ ਮੁੱਖ ਮੰਤਰੀ ਹੋਵੇ, ਜੀ ਪ੍ਰਧਾਨ ਮੰਤਰੀ ਹੋਵੇ, ਕੋਈ ਵੱਡਾ ਹੋਵੇ, ਜੀ ਉੱਠ ਕੇ ਸਤਿਕਾਰ ਨਹੀਂ ਕਰਨਾ, ਮਹਾਰਾਜ ਦਾ ਸਤਿਕਾਰ ਕਰਨਾ, ਜੀ ਇਹਨਾਂ ਦੀ ਹਜ਼ੂਰੀ, ਮਹਾਰਾਜ ਦੀ ਹਜ਼ੂਰੀ ਦੇ ਵਿੱਚ, ਜੀ ਹਾਂਜੀ। ਤੇ ਉਸ ਦਿਨ ਤੋਂ ਹੀ ਉਹ ਜਿਹੜੀ ਸੀ ਉਹ ਥੋੜ੍ਹਾ ਜਿਹਾ ਆਪਣੇ ਆਪ ਨੂੰ ਮਹਿਸੂਸ ਕਰਦੀ ਸੀ ਵੀ ਇਹ ਜਿਹੜਾ ਵਾ, ਇਹ ਮੇਰਾ ਸਤਿਕਾਰ ਕਰਨ ਦੇ ਵੀ ਸੰਗਤ ਨੇ ਕੀਤਾ ਵਾ, ਜੀ ਤੇ ਇਹ ਮਹਾਰਾਜ ਦਾ ਸਤਿਕਾਰ ਆਉਂਦੇ ਆ ਵੀ ਮਹਾਰਾਜ ਦਾ ਸਤਿਕਾਰ ਕਰਨਾ ਚਾਹੀਦਾ, ਨਾ ਕਿ ਇਹਦਾ ਕਰਨਾ ਚਾਹੀਦਾ ਸੀ, ਜੀ ਹਾਂਜੀ। ਉਸ ਦਿਨ ਤੋਂ ਵੀ ਰੰਜਿਸ਼ ਹੋ ਸਕਦੀ ਆ। ਜੀ ਉਹ ਵਾਹਿਗੁਰੂ। ਕੁੱਲ ਮਿਲਾ ਕੇ ਅਸੀਂ ਗੱਲ ਕਰਦੇ ਹਾਂ, 38 ਗੁਰਦੁਆਰਿਆਂ ਦੇ ਉੱਪਰ ਹਮਲਾ ਹੋਇਆ, ਤਾਂ ਇਸ ਪਿੰਡ ਦੇ ਲੋਕ, ਮਹਿਤੇ ਪਿੰਡ ਦੇ ਲੋਕਾਂ ਨੂੰ ਬਾਅਦ ਦੇ ਵਿੱਚ ਵੀ ਪਰੇਸ਼ਾਨ ਕੀਤਾ ਜਾਂਦਾ ਰਿਹਾ, ਜਾਂ ਬਾਅਦ ਦੇ ਵਿੱਚ ਸਾਰਾ ਮਾਹੌਲ ਬਿਲਕੁਲ ਠੀਕ ਹੋ ਗਿਆ? ਬਾਅਦ ਦੇ ਵਿੱਚ ਪਰੇਸ਼ਾਨੀ ਇੰਨੀ ਸੀ ਵੀ ਜਿਹੜੇ ਇੱਥੇ SHO ਆ ਜਾਂਦੇ ਜਾਂ ਕਿਸ ਤਰ੍ਹਾਂ ਹੀ, ਉਹਨਾਂ 'ਤੇ ਵੀ ਦਬਾਅ ਪੂਰਾ ਸੀ। ਜੀ ਇਹ ਸਾਡੇ ਸੰਤ ਸਿੰਘ ਸਾਹ ਹੁੰਦੇ ਸੀ, ਜੀ ਉਹ ਵੀ ਅੰਮ੍ਰਿਤ ਛਕਿਆ ਨਾ, ਬੜੇ ਉਹਨਾਂ ਨੇ ਜੱਸੇ ਨੂੰ ਵੀ ਇੱਥੇ ਲਿਆਂਦਾ ਸੀ, ਜੀ ਉਹਨਾਂ ਦੇ ਪਰਿਵਾਰ ਨੇ, ਜੀ ਹਾਂਜੀ। ਤੇ ਉਹਨਾਂ ਦੀ ਵੀ ਇੱਕ SHO ਹੁੰਦਾ ਸੀ, ਉਹਨੇ ਥੋੜ੍ਹਾ ਜਿਹਾ ਨਾ ਉਹਨਾਂ ਨਾਲ ਬਿਸਮੇਹ ਕੀਤਾ, ਜਿਹੜਾ ਗਾਤਰਾ ਫੜ ਤੇ ਕੇ, ਇਹ ਭਾਪਾ ਜੀ ਵੀ ਉੱਥੇ ਨਾਲ ਸੀ। ਕੀ ਹੋਇਆ ਜੀ? ਗਾਤਰਾ ਫੜ ਕੇ ਧੂਣ ਡਿਆ। ਜੀ ਅਸੀਂ ਦੋ ਸਿੰਘ ਸੀ, ਜੀ ਅਸੀਂ ਫਿਰ ਆਖਿਆ ਵੀ ਤੂੰ ਕੀ ਕਰਦਾ ਇਹਨੂੰ, ਜੀ ਇਹਨੂੰ ਸਿੰਘ ਨੂੰ ਧੂਣਾ, ਜੀ ਤੇ ਉਹਨਾਂ ਗੋਲੀ ਮਾਰਾਂਗੇ। ਤੇ ਮੈਂ ਕਿਹਾ ਮੈਂ ਗੋਲੀ ਕਦੋਂ ਮਾਰਨੀ, ਮਾਰ ਸਾਡੀ ਜੇ ਮਾਰਨੀ ਤੇ। ਜੀ ਉਹ ਫਿਰ ਜਦੋਂ ਅਸੀਂ ਤਿੰਨ ਜਣੇ ਇਕੱਠੇ ਹੋਏ ਆ ਤੋਂ ਬਾਅਦ ਸਾਰਾ ਪਿੰਡ ਹੀ ਆ ਗਿਆ, ਜੀ ਤੇ ਮੁੜ ਕੇ ਫਿਰ ਉਹ ਆਪਣੀ ਗੱਡੀ ਲੈ ਕੇ ਤੇ ਥਾਣੇ ਨੂੰ ਭੱਜ ਗਿਆ। ਉਹਨੂੰ ਜਾਨੀ ਕਿ ਸਿੱਖ ਜਿਹੜੇ ਸੀਗੇ ਇੱਥੋਂ ਦੇ ਪਿੰਡ ਦੇ ਨਿਵਾਸੀ ਸੀਗੇ, ਉਹ ਪੂਰਾ ਡਟ ਕੇ ਮੁਕਾਬਲਾ ਕਰ ਰਹੇ। ਮੁਕਾਬਲਾ ਕਰਦੇ ਇੱਕ ਯਕਦਮ ਇਕੱਠਾ ਹੋ ਜਾਂਦਾ ਸੀ, ਜੀ ਜਿਹਨਾਂ ਨੂੰ 6-7 ਦਿਨ ਜਿੰਨਾ ਵੀ ਦਿਨ ਵੀ ਰਿਹਾ ਨਾ ਇੱਥੇ ਜੀ ਜੀ। ਕਰਫਿਊ, ਜੀ ਤੇ ਬਾਹਰ ਲੰਗਰ ਲਗਾ ਰਿਹਾ ਜੀ,
ਜੀ ਬਹੁਤ ਸੰਗਤ ਆਣ ਕੇ ਛਕਦੀ ਰਹੀ ਬਾਹਰੋਂ। ਬਾਕੀ ਕੋਈ ਨਾ ਕੋਈ ਸਾਰੀ ਜਿਹੜੀ ਗੱਲਬਾਤ ਸੀ ਉਹ ਵਹਿੰਦੇ ਰਹੇ ਵੀ ਕੀ ਉੱਥੋਂ ਕੋਈ ਸੁਨੇਹਾ ਆਉਂਦਾ, ਜੀ ਉਹ ਸੁਨੇਹਾ ਡੀਕਦੇ ਤਿਆਰ ਸੀ ਇੱਧਰੋਂ ਵੀ ਸਾਨੂੰ ਦਰਬਾਰ ਸਾਹਿਬ ਤੋਂ ਕੋਈ ਸੁਨੇਹਾ ਆਵੇ ਤੇ ਅਸੀਂ ਉੱਧਰ ਨੂੰ ਕੂਚ ਕਰੀਏ। ਬਾਬਾ ਜੀ ਜਦੋਂ ਹਮਲਾ ਹੋਇਆ ਤੇ ਤੁਹਾਨੂੰ ਪਤਾ ਲੱਗ ਗਿਆ ਸੀ ਸੰਤ ਸ਼ਹੀਦੀ ਪਾ ਗਏ ਨੇ, ਉਦੋਂ ਕਿੱਦਾਂ ਦਾ ਲੱਗਿਆ ਵੀ ਅੱਜ ਸੰਤਾਂ ਦੀ ਸ਼ਹੀਦੀ ਹੋ ਗਈ ਹੈ? ਨਹੀਂ ਜੀ, ਇਹੀ ਤੇ ਉਦੋਂ ਵੀ ਆਨੇ ਸੰਤ ਸ਼ਹੀਦ ਨਹੀਂ ਹੋਏ, ਜੀ ਇਹ ਸੰਤ ਚੜ੍ਹਦੀ ਕਲਾ 'ਚ ਆ। ਬਾਬੇ ਠਾਕਰ ਸਿੰਘ ਨੇ ਸਾਨੂੰ ਆਖਿਆ ਜੀ ਕਿ ਸੰਤ ਚੜ੍ਹਦੀ ਕਲਾ 'ਚ ਆ। ਇੱਕ ਸਿੰਘ ਨੇ ਆਖਿਆ ਵੀ ਪਾਠ ਰਖਾਓ, ਜੀ ਤੇ ਸੰਤਾਂ ਨੇ ਆਖਿਆ ਕਿਹਦਾ ਪਾਠ ਰਖਾਓ? ਇਹ ਸੰਤਾਂ ਦਾ। ਕਹਿੰਦਾ ਸੰਤ ਚੜ੍ਹਦੀ ਕਲਾ 'ਚ ਆ, ਪਾਠ ਕਿਹਦਾ ਕਰਾਉਣਾ? ਇੰਨੀ ਗੱਲ ਸੰਤਾਂ ਨੇ ਬਾਬੇ ਠਾਕਰ ਸਿੰਘ ਨੇ ਆਖੀ ਆ। ਯਾਨੀ ਕਿ ਸੰਗਤਾਂ ਅੱਜ ਵੀ ਇਹ ਸਮਝਦੀਆਂ ਨੇ ਕਿ ਸੰਤ ਅਜੇ ਵੀ ਹੈਗੇ ਨੇ। ਅਜੇ ਵੀ ਹੈਗੇ ਆ, ਮੈਂ ਉਹ ਆਪ ਆਨਾ ਹੈਗੇ ਆ, ਜਿੱਥੇ ਵੀ ਹੋਣਗੇ ਹੈਗੇ ਆ। ਇਹਨਾਂ ਪਰ ਇਹ ਜਿਹੜੇ ਇੰਨੀ ਗੱਲ ਨਹੀਂ ਜਾਣੀ, ਜੇ ਕਾਲੀਏ ਨਾ ਬਹਿੰਦੇ ਤੇ ਹਾਂਜੀ ਸੰਤਾਂ ਨੇ ਆਖਿਆ ਜੇ ਤਰ੍ਹਾਂ ਮੱਖਣ ਚੋਂ ਵਾਲ ਕੱਢ ਦਿੱਤੇ ਤੇਰਾ ਕੱਢ ਦਿਆਂਗੇ। ਹਾਂਜੀ ਹਾਂਜੀ, ਮੈਂ ਬਾਅਦ ਚ ਕਰਦਾ ਦੱਸ ਤੇ ਆਪਣੇ ਜਥੇ ਵੀ ਗਏ, ਸਾਰੇ ਕੰਮ ਹੋਏ, ਕੁੱਟ ਵੀ ਮਾਰਾਂ ਵੀ ਖਾਧੀਆਂ, ਤੇ ਸੰਤਾਂ ਨੇ ਆਖਿਆ ਇੱਕ ਝੰਡੇ ਥੱਲੇ ਹੋ ਜਾਓ, ਜੀ ਤੇ ਜਿਸ ਤਰ੍ਹਾਂ ਮੱਖਣ ਚੋਂ ਵਾਲ ਕੱਢਦਾ ਇਸ ਤਰ੍ਹਾਂ ਕੱਢ ਦਿਆਂਗੇ। ਇੱਕ ਝੰਡੇ ਥੱਲੇ ਹੋਏ ਨਹੀਂ, ਜੀ ਤੇ ਫਿਰ ਸੰਤਾਂ ਨੇ ਆਖਿਆ ਛੇਤਰ ਖਾਓ। ਹੁਣ ਅਸੀਂ ਛੇਤਰ ਖਾਣ ਡਏ। ਯਾਨੀ ਕਿ ਜੇ ਅਸੀਂ ਗੱਲ ਕਰਦੇ ਹਾਂ ਅਸੀਂ ਹੁਣ ਆਨੇ ਆ ਵੀ ਮੈਂ ਇਹ ਸਾਰੇ ਆਂਦੇ ਆ, ਮੈਂ ਨਹੀਂ ਆਂਦਾ ਜੀ ਵੀ ਸੰਤ ਸ਼ਹੀਦ ਵਾ। ਸੰਤ ਜਿੱਥੇ ਆ ਚੜ੍ਹਦੀ ਕਲਾ 'ਚ ਆ, ਜੀ ਉਹ ਆਂਦੇ ਵੀ ਰਵਾਂਗੇ ਚੜ੍ਹਦੀ ਕਲਾ 'ਚ, ਗਏ ਵੀ ਚੜ੍ਹਦੀ ਕਲਾ 'ਚ ਆ। ਸਰੀਰ ਦੇ ਮਰਨ ਨੂੰ ਉਹ ਮੌਤ ਨਹੀਂ ਸੀ ਸਮਝਦੇ, ਠੀਕ ਆ। ਬਿਲਕੁਲ ਉਹੀ ਸੇਮ ਚੀਜ਼ ਤੁਸੀਂ ਅੱਜ ਕਹਿ ਰਹੇ ਹੋ ਕਿ ਸਰੀਰ ਦਾ ਮਰਨਾ ਜਿਹੜਾ ਉਹ ਮੌਤ ਨਹੀਂ ਹੈ। ਉਹ ਨਿਕਲਦੇ ਨਹੀਂ ਸੀ, ਜੀ ਉਹ ਨਿਕਲਦੇ ਨਹੀਂ ਸੀ। ਸਾਨੂੰ ਬਾਬੇ ਠਾਕਰ ਸਿੰਘ ਨੇ ਦੱਸਿਆ ਵੀ ਨਿਕਲਦੇ ਨਹੀਂ ਸੀ। ਜੀ ਉਹ ਆਂਦੇ ਸ਼ਹੀਦ ਹੋਣਾ ਇੱਥੇ। ਜੀ ਪੰਜਾਂ ਪਿਆਰਿਆਂ ਨੇ ਫਿਰ ਉਹਨਾਂ ਨੂੰ ਕੱਢਣ ਡਏ। ਜੀ ਪੰਜਾਂ ਪਿਆਰਿਆਂ ਆਖਿਆ ਬਾਬਾ ਜੀ ਜ਼ੋਰ ਸੰਭਾਲਣ ਵਾਲਾ ਕੋਈ ਨਹੀਂਗਾ, ਤੁਹਾਨੂੰ ਨਿਕਲ ਜਾਣਾ ਚਾਹੀਦਾ। ਜੀ ਉਹਨਾਂ ਆਖਿਆ ਨਹੀਂ ਅਸੀਂ ਸ਼ਹੀਦ ਹੋਣਾ। ਤੀਜੀ ਵਾਰੀ ਫਿਰ ਜਦੋਂ ਪੰਜਾਂ ਪਿਆਰਿਆਂ ਦੀ ਮੋੜ ਨਹੀਂ ਸਕਦੇ, ਜੀ ਸੰਤ ਚੜ੍ਹਦੀ ਕਲਾ 'ਚ ਨਿਕਲ ਗਏ ਬਾਹਰ। ਹੁਣ ਪਤਾ ਨਹੀਂ ਕਿੱਥੇ ਆ ਕਿੱਥੇ ਨਹੀਂ, ਐਵੇਂ ਆਖੀਏ। ਤੇ ਸੰਤ ਚੜ੍ਹਦੀਆਂ ਕਲਾ 'ਚ ਵਾ। ਅਸੀਂ ਹੁਣ ਇੱਥੇ ਆਨੇ ਆ ਸੰਤ ਸ਼ਹੀਦ ਹੋ ਗਏ। ਮਹਾਂਪੁਰਖਾਂ ਨੇ ਆਖਿਆ ਲਿਆਓ ਉਹਦਾ ਤੀਰ ਕਿੱਥੇ ਆ? ਗੌਰਮੈਂਟ ਨੂੰ ਵੀ ਸਾਰਿਆਂ ਨੂੰ, ਜੀ ਤੇ ਲਿਆਓ ਉਹਦਾ ਪਿਸਤੌਲ ਜਿਹੜਾ ਵਾ ਉਹਦੇ ਸੋਨੇ ਦੀਆਂ ਗੋਲੀਆਂ ਵਾ, ਜੀ ਲਿਆਓ ਮੈਨੂੰ ਦਿਖਾ ਲਓ। ਜੇ ਕਿ ਸ਼ਹੀਦ ਵਾ, ਜੀ ਕੀਤਾ ਜੇ ਫੜਿਆ ਲਿਆਓ ਕੱਢੋ। ਸੰਤਾਂ ਨੂੰ ਕੌਣ ਸ਼ਹੀਦ ਕਰਨ ਵਾਲਾ? ਸੰਤ ਚੜ੍ਹਦੀ ਕਲਾ ਜਿੱਧਰ ਚੱਲ ਜਾਣ, ਪਤਾ ਨਹੀਂ ਲੱਗਦਾ ਉਹਨਾਂ ਨੂੰ। ਸੋ ਮਹਿਤੇ ਪਿੰਡ ਦੇ ਜੋ ਹਾਲਾਤ ਹੋਏ ਨੇ ਉਹ ਤੁਹਾਨੂੰ ਦਿਖਾਉਣ ਦੀ ਜਾਂ ਦੱਸਣ ਦੀ ਕੋਸ਼ਿਸ਼ ਕੀਤੀ ਹੈ, ਜਿਨ੍ਹਾਂ ਨੇ ਖੁਦ ਆਪਣੇ ਹੱਡਾਂ ਦੇ ਇਹ ਜਿਹੜੇ ਦਿਨ ਹੰਡਾਏ ਨੇ। 84 ਦੇ ਵਿੱਚ ਬਹੁਤ ਲੋਕਾਂ ਦੇ ਉੱਪਰ ਤਸ਼ੱਦਦ ਹੋਰ ਵੀ ਜਗ੍ਹਾ ਤੇ ਹੋਇਆ ਹੈ। ਜੇ ਅਸੀਂ ਪਟਿਆਲਾ ਗੁਰਦੁਆਰਾ ਸਾਹਿਬ ਦੀ ਗੱਲ ਕਰਦੇ ਹਾਂ, ਦੁੱਖ ਨਿਵਾਰਨ ਸਾਹਿਬ ਦੀ, ਉੱਥੇ ਹਾਲਾਤ ਬਹੁਤ ਜ਼ਿਆਦਾ ਮਾੜੇ ਸੀਗੇ। ਔਰ ਇਸ ਪਿੰਡ ਦੇ ਵਿੱਚ, ਮਹਿਤੇ ਪਿੰਡ ਦੇ ਵਿੱਚ ਵੀ ਹਾਲਾਤ ਉਨੇ ਦਿਨ ਕੋਈ ਬਹੁਤੇ ਵਧੀਆ ਨਹੀਂ ਰਹੇ। ਸੋ ਇਹ ਜਿਹੜੇ ਆਪ ਖੁਦ ਗੁਰਦੁਆਰਾ ਸਾਹਿਬ ਦੇ ਅੰਦਰ ਰਹੇ ਨੇ, ਗੁਰਦੁਆਰਾ ਸਾਹਿਬ ਦੇ ਵਿੱਚ ਬੈਠੇ ਰਹੇ ਨੇ ਡਿਓੜੀ ਦੇ ਵਿੱਚ, ਉਹਨਾਂ ਦੇ ਦੱਸਣ ਦੇ ਮੁਤਾਬਕ ਇੱਥੇ ਜਿਹੜੇ ਸੀਗੇ ਟੈਂਕ ਵੀ ਜਿਹੜੇ ਨੇ ਇਸ ਪਿੰਡ ਦੇ ਵਿੱਚ ਲਿਆਂਦੇ ਗਏ ਨੇ। ਤੁਸੀਂ ਦੇਖ ਰਹੇ ਹੋ KTV UK, ਕੈਮਰਾਮੈਨ ਅਲਜਿੰਦਰ ਦੇ ਨਾਲ ਪੁਰਿੰਦਰ ਕੌਰ।